Good morning, students. Welcome back in our next topic, that is e-governance. This topic is suitable for 9th and 12th class students. ਅੱਜ ਆਪਾਂ ਪੜਾਂਗੇ ਕਿ e-governance ਕੀ ਹੈ, ਇਸ ਦੇ ਕੀ ਟਾਈਪਸ ਨੇ, ਇਸ ਦੇ ਕੀ ਪਰਪਸ ਹੈ, ਇਹਦੇ ਕੀ ਲਿਮਿਟੇਸ਼ਨਸ ਹੈ, ਇਹਦੀ ਕੀ ਐਡਵਾਂਟੇजेस ਹੈ, ਸਭ ਠੀਕ ਹੈ। ਆਓ ਦੇਖੀਏ e-governance. E stands for electronic and governance stands for government. ਬੱਚਿਓ ਤੁਹਾਨੂੰ ਪਤਾ ਹੀ ਹੈ ਕਿ ਗਵਰਨੈਂਸ ਦਾ ਮਤਲਬ ਹੈ ਗਵਰਨਮੈਂਟ ਕੀ ਹੈ। ਗਵਰਨਮੈਂਟ ਮੀਨਸ ਟੂ ਅਵੇਲ ਆਲ ਸਰਵਿਸਿਜ਼ ਟੂ ਦ ਸਿਟੀਜ਼ਨਸ ਵਾਇਆ ਸੈਟ ਆਫ ਰੂਲਸ। ਕਿ ਜਿਹੜੀ ਸਰਕਾਰ ਹੈ, ਸ਼ਾਸਨ ਹੈ, ਉਹ ਕੀ ਹੈ, ਭਾਰਤ ਦੇ ਨਾਗਰਿਕਾਂ ਜਾਂ ਦੇਸ਼ ਦੇ ਨਾਗਰਿਕਾਂ ਨੂੰ ਆਪਣੀਆਂ ਜਿਹੜੀਆਂ ਸੇਵਾਵਾਂ ਦਿੰਦੀ ਹੈ, ਕੁਝ ਰੂਲਸ ਨੂੰ ਫੋਲੋ ਕਰਦੇ ਹੋਏ ਦਿੰਦੀ ਹੈ। So now, e-governance means to avail all services to citizens via electronic mediums to save time and money of government as well as citizens. ਤਾਂ ਅਸੀਂ ਈ ਗਵਰਨੈਂਸ ਨੂੰ ਕੀ ਕਹਿ ਸਕਦੇ ਹਾਂ ਕਿ ਇਲੈਕਟ੍ਰੋਨਿਕ ਗਵਰਨੈਂਸ ਸਰਕਾਰ ਕੀ ਹੈ ਕਿ ਆਪਣੀਆਂ ਸਰਕਾਰ ਜਿਹੜੀਆਂ ਸੇਵਾਵਾਂ ਹੁਣ ਦੇਣ ਲੱਗੀ ਹੈ ਉਹ ਦੇਸ਼ ਦੇ ਲੋਕਾਂ ਨੂੰ ਇਲੈਕਟ੍ਰੋਨਿਕ ਮੀਡੀਅਮਸ ਲਾਈਕ ਔਨਲਾਈਨ ਸੇਵਾਵਾਂ ਜਾਂ ਆਪਾਂ ਕਹਿ ਸਕਦੇ ਹਾਂ ਇੰਟਰਨੈਟ ਦੇ ਥਰੂ ਦਿੰਦੀ ਹੈ ਸਰਕਾਰ। ਇਹਦੇ ਨਾਲ ਸਾਡੇ ਟਾਈਮ ਤੇ ਮਨੀ ਦੋਵਾਂ ਦੀ ਕੀ ਹੁੰਦੀ ਹੈ, ਬੱਚਤ ਹੁੰਦੀ ਹੈ। ਇਹਦੇ ਨਾਲ ਸਰਕਾਰ ਦਾ ਵੀ ਟਾਈਮ ਬਚਦਾ ਹੈ ਤੇ ਭਾਰਤ ਦੇ ਨਾਗਰਿਕਾਂ ਦਾ ਵੀ ਤੇ ਸਮਾਂ ਵੀ ਬਚਦਾ ਹੈ ਤੇ ਪੈਸਾ ਵੀ ਬਚਦਾ, ਠੀਕ ਹੈ। ਇਹਦੇ ਨਾਲ ਕੀ ਹੈ ਕਿ ਹੁਣ ਤੁਹਾਨੂੰ ਦੱਸਾਂਗੇ ਇਹਦੀ ਐਗਜ਼ਾਮਪਲ। ਜਿਵੇਂ ਅਸੀਂ ਬਿਜਲੀ ਦਾ ਬਿੱਲ ਪੇ ਕਰਨ ਜਾਂਦੇ ਸੀ ਪਹਿਲਾਂ, ਤਾਂ ਉਹਦੇ ਲਈ ਸਾਨੂੰ ਘਰੋਂ ਪਹਿਲਾਂ ਟਾਈਮ ਕੱਢਣਾ ਪੈਂਦਾ ਸੀ, ਫਿਰ ਅਸੀਂ ਜਾਂਦੇ ਸੀ, ਉੱਥੇ ਜਾ ਕੇ ਲਾਈਨ 'ਚ ਖੜ੍ਹਨਾ ਪੈਂਦਾ ਸੀ, ਕੈਸ਼ ਡਿਪੋਜ਼ਿਟ ਕਰਵਾਉਂਦੇ ਸੀ, ਫਿਰ ਆਉਂਦੇ ਸੀ ਤੇ ਫਿਰ ਅਸੀਂ ਘਰੇ ਆ ਕੇ ਘਰੇ ਵਾਪਸ ਆਉਂਦੇ ਸੀ। ਤਾਂ ਇਹਦੇ ਨਾਲ ਕੀ ਹੈ ਕਿ ਸਾਡਾ ਟਾਈਮ ਬਹੁਤ ਜ਼ਿਆਦਾ ਖਰਾਬ ਹੁੰਦਾ ਸੀ। ਤਾਂ ਹੁਣ ਸਰਕਾਰ ਨੇ ਸਾਨੂੰ PSPCL ਦਾ ਪੋਰਟਲ ਪ੍ਰੋਵਾਈਡ ਕੀਤਾ ਹੈ। ਉਸ ਪੋਰਟਲ ਦੇ ਵਿੱਚ ਅਸੀਂ ਘਰੇ ਬੈਠੇ ਹੀ ਆਪਣੀਆਂ ਜਿਹੜਾ ਬਿਜਲੀ ਦਾ ਬਿੱਲ ਆਰਾਮ ਨਾਲ ਪੇ ਕਰ ਸਕਦੇ ਹਾਂ, ਠੀਕ ਹੈ। ਤਾਂ ਦਿਸ ਇਜ਼ ਆਲ ਅਬਾਊਟ ਈ ਗਵਰਨੈਂਸ, ਇਲੈਕਟ੍ਰੋਨਿਕ ਗਵਰਨਮੈਂਟ। ਹੁਣ ਹੈ ਕਿ ਈ ਗਵਰਨੈਂਸ ਇਜ਼ ਮੇਡ ਅਪ ਆਫ। ਹੁਣ ਈ ਗਵਰਨੈਂਸ ਨੂੰ ਬਣਾਉਣ ਦੇ ਲਈ ਜਾਂ ਸਥਾਪਿਤ ਕਰਨ ਦੇ ਲਈ ਕਿਹੜੇ ਮੇਨ ਫੈਕਟਰ ਸੀਗੇ, ਹੈ ਨਾ। ਉਹ ਫੈਕਟਰਸ ਕੀ ਹੈ, ਉਹਨਾਂ ਬਾਰੇ ਅਸੀਂ ਡਿਸਕਸ ਕਰਾਂਗੇ ਕਿ ਜਿਹੜੇ ਮੇਨ ਫੈਕਟਰ ਹੈ ਈ ਗਵਰਨੈਂਸ ਨੂੰ ਚਲਾਉਣ ਦੇ ਲਈ ਜਿਨ੍ਹਾਂ ਨੂੰ ਸਾਨੂੰ ਜ਼ਰੂਰਤ ਪਈ। ਸਭ ਤੋਂ ਪਹਿਲਾਂ ਹੈਗਾ ਕੰਪਿਊਟਰਾਈਜ਼ੇਸ਼ਨ ਕੀ ਹੈ। ਈ ਗਵਰਨੈਂਸ ਨੂੰ ਇੰਪਲੀਮੈਂਟ ਕਰਨ ਲਈ ਸਭ ਤੋਂ ਪਹਿਲਾ ਜਿਹੜਾ ਫੈਕਟਰ ਹੈ ਉਹ ਹੈਗਾ ਕੰਪਿਊਟਰੀਕਰਨ। ਇਸ ਤੋਂ ਭਾਵ ਹੈ ਕਿ ਸਰਕਾਰ ਦੀਆਂ ਜਿੰਨੀਆਂ ਵੀ ਸੰਸਥਾਵਾਂ ਹਨ ਉਹਨਾਂ ਵਿੱਚ ਪਹਿਲਾਂ ਪਰਸਨਲ ਕੰਪਿਊਟਰ ਸਥਾਪਿਤ ਕੀਤੇ ਗਏ ਤਾਂ ਜੋ ਉਸ ਸੰਸਥਾ ਦਾ ਜਿਹੜਾ ਡਾਟਾ ਹੈ ਜਾਂ ਸੂਚਨਾ ਹੈ ਉਹ ਉਸ ਵਿੱਚ ਸਟੋਰ ਕੀਤਾ ਜਾ ਸਕੇ। ਤਾਂ ਸਰਕਾਰ ਦਾ ਜਿਹੜਾ ਹਰੇਕ ਡਿਪਾਰਟਮੈਂਟ ਹੈ, ਵਿਭਾਗ ਹੈ, ਉਹਦੇ ਵਿੱਚ ਸਭ ਨੂੰ ਕੀ ਦਿੱਤੇ ਗਏ, ਪਰਸਨਲ ਕੰਪਿਊਟਰਸ ਦਿੱਤੇ ਗਏ ਤਾਂ ਕਿ ਉਸ ਸੰਸਥਾ ਦਾ ਜਿਹੜਾ ਵੀ ਰਿਕਾਰਡ ਹੈ ਉਹ ਕੰਪਿਊਟਰ 'ਤੇ ਮੈਨੇਜ ਕਰ ਸਕਣ ਅਤੇ ਉਸ ਦੇ ਵਿੱਚ ਆਪਣਾ ਡਾਟਾ ਸਟੋਰ ਕਰ ਸਕਣ। ਨੰਬਰ 2 ਇਜ਼ ਨੈਟਵਰਕਿੰਗ। ਇਸ ਚਰਨ ਵਿੱਚ ਕੀ ਹੁੰਦਾ ਹੈ, ਇਸ ਫੈਕਟਰ ਦੇ ਵਿੱਚ ਸਰਕਾਰ ਦੀਆਂ ਵੱਖ-ਵੱਖ ਜਿਹੜੇ ਡਿਪਾਰਟਮੈਂਟਸ ਨੇ ਉਹਨਾਂ ਨੂੰ ਇੱਕ ਸੈਂਟਰਲ ਹੱਬ ਨਾਲ ਜੋੜਿਆ ਗਿਆ। ਭਾਵ ਸਰਕਾਰ ਦੀਆਂ ਅਲੱਗ-ਅਲੱਗ ਸੰਸਥਾਵਾਂ ਆਪਸ ਵਿੱਚ ਇੰਟਰਕਨੈਕਟ ਹੋ ਸਕਣ ਜਾਂ ਜੁੜ ਸਕਣ। ਉਸ ਲਈ ਨੈਟਵਰਕਿੰਗ ਹੱਬ ਸੈੱਟ ਕੀਤਾ ਗਿਆ ਤਾਂ ਜੋ ਇੱਕ ਵਿਭਾਗ ਆਪਣੀ ਸੂਚਨਾ ਦੂਸਰੇ ਵਿਭਾਗ ਨਾਲ ਸ਼ੇਅਰ ਕਰ ਸਕੇ, ਦੂਸਰੇ ਵਿਭਾਗ ਤੋਂ ਸੂਚਨਾ ਮੰਗਵਾ ਸਕੇ। ਤਾਂ ਨੈਟਵਰਕਿੰਗ ਦਾ ਮੀਨਸ ਹੈ ਕਿ ਵਿਭਾਗਾਂ ਨੂੰ ਆਪਸ ਦੇ ਵਿੱਚ ਜੋੜਨਾ। ਨੰਬਰ 3 ਹੈ ਔਨਲਾਈਨ ਅਵੇਲੇਬਿਲਿਟੀ। ਇਹਦੇ ਵਿੱਚ ਕੀ ਕਿ ਸਰਕਾਰ ਦੀਆਂ ਜਿੰਨੀਆਂ ਵੀ ਸੰਗਠਨਾਂ ਨੇ, ਸੰਸਥਾਵਾਂ ਹੈ, ਉਹਨਾਂ ਨੂੰ ਉਹਨਾਂ ਨੇ ਕੀ ਕੀਤਾ, ਆਪਣਾ ਇੱਕ ਵੈਬ ਪੇਜ ਬਣਾਇਆ। ਉਸ ਵੈਬ ਪੇਜ ਦੇ ਵਿੱਚ ਉਹਨਾਂ ਨੇ ਆਪਣੀ ਸੰਸਥਾ ਦੀ ਸਾਰੀ ਡਿਟੇਲ, ਕੌਂਟੈਕਟਸ, ਰਿਪੋਰਟਸ ਲਿਖੀ। ਤਾਂ ਅਸੀਂ ਕਹਿ ਸਕਦੇ ਹਾਂ ਕਿ ਅੱਜ ਵਿਭਾਗ ਦਾ ਹਰੇਕ ਜਿਹੜਾ ਹੈਗਾ ਸਾਡੇ ਭਾਰਤ ਦੇ ਹਰੇਕ ਵਿਭਾਗ ਦਾ ਇੱਕ ਵੈਬ ਪੋਰਟਲ ਬਣਿਆ ਹੋਇਆ। ਮਤਲਬ ਉਸ ਵੈਬ ਪੋਰਟਲ 'ਤੇ ਉਹਨਾਂ ਨੇ ਕੀ ਕੀਤਾ ਹੋਇਆ ਕਿ ਉਸ ਸੰਸਥਾ ਦੇ ਜਿਹੜੇ ਮੇਨ ਉਦੇਸ਼ ਹੈ ਉਹ ਲਿਖਿਆ ਹੈ ਅਤੇ ਉਦੇਸ਼ ਦੀ ਪੂਰਤੀ ਲਈ ਕੀਤੇ ਜਾਣ ਵਾਲੇ ਜਿਹੜੇ ਕੰਮ ਹੈ ਉਹਨਾਂ ਬਾਰੇ ਵੀ ਦੱਸਿਆ ਹੋਇਆ। ਐਂਡ ਦਾ ਲਾਸਟ ਵਨ ਇਜ਼ ਔਨਲਾਈਨ ਕੌਂਟੈਕਟ। ਦੇਖੋ ਸਰਕਾਰ ਦੇ ਜਿਹੜੇ ਵੱਖ-ਵੱਖ ਵਿਭਾਗ ਸੀ ਉਹ ਆਪਸ ਦੇ ਵਿੱਚ ਨੈਟਵਰਕਿੰਗ ਰਾਹੀਂ ਜੁੜ ਗਏ, ਪਰ ਜਿਹੜੇ ਉਸ ਵਿਭਾਗ ਨੂੰ ਚਲਾ ਰਹੇ ਨੇ, ਉਹ ਕੰਮ ਕਰ ਰਹੇ ਇੰਪਲਾਈਜ਼ ਨੇ, ਉਹਨਾਂ ਨਾਲ ਜੇ ਕੌਂਟੈਕਟ ਕਰਨਾ ਹੈਗਾ ਤਾਂ ਉਹ ਦੂਰ ਬੈਠੇ ਹੋਣ ਕਰਕੇ ਉਹਨਾਂ ਨਾਲ ਜਿਹੜੇ ਔਨਲਾਈਨ ਕੌਂਟੈਕਟ ਬਣਾਏ ਗਏ। ਤਾਂ ਇਹ ਸਾਡੇ ਜਿਹੜੇ 4 ਮੇਨ ਫੈਕਟਰ ਹੈ ਜਿਨ੍ਹਾਂ ਨੇ ਈ ਗਵਰਨੈਂਸ ਨੂੰ ਇੰਪਲੀਮੈਂਟ ਕੀਤਾ ਹੈ, ਠੀਕ ਹੈ। ਇੰਪਲੀਮੈਂਟ ਕਰਨ ਦੇ ਵਿੱਚ ਇਹ ਚਾਰੋਂ ਫੈਕਟਰ ਸਾਡੇ ਸਹਾਈ ਨੇ। ਤਾਂ ਅਸੀਂ ਅੱਜ ਇਹਨਾਂ ਫੈਕਟਰਸ ਦੇ ਦੌਰ ਤੋਂ ਹੀ ਕਹਿ ਸਕਦੇ ਹਾਂ ਕਿ ਇਹਨਾਂ ਫੈਕਟਰਸ ਤੋਂ ਬਾਅਦ ਹੀ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜੇ ਅੱਜ ਸਾਡੇ ਇੰਡੀਆ ਦਾ ਹਰੇਕ ਗੌਰਮੈਂਟ ਵਿਭਾਗ ਇੰਟਰਨੈਟ 'ਤੇ ਉਪਲਬਧ ਹੈ। ਤਾਂ ਦਿਸ ਇਜ਼ ਆਲ ਅਬਾਊਟ ਫੈਕਟਰਸ ਆਫ ਈ ਗਵਰਨੈਂਸ। ਨੈਕਸਟ ਹੈ ਪਰਪਜ਼ ਆਫ ਈ ਗਵਰਨੈਂਸ। ਈ ਗਵਰਨੈਂਸ ਦਾ ਮੇਨ ਉਦੇਸ਼ ਕੀ ਹੈ ਕਿ ਈ ਗਵਰਨੈਂਸ ਕਿਉਂ ਬਣਾਇਆ ਗਿਆ। ਤਾਂ ਉਹਦਾ ਜਿਹੜਾ ਮੇਨ ਉਦੇਸ਼ ਹੈ ਉਹ ਇਹ ਹੈ ਕਿ ਸਭ ਤੋਂ ਪਹਿਲਾਂ ਔਨਲਾਈਨ ਫੀਡਬੈਕ,
ਕਿ ਸਭ ਤੋਂ ਪਹਿਲਾ ਉਦੇਸ਼ ਹੈ ਕਿ ਔਨਲਾਈਨ ਸਾਰੀ ਸੁਵਿਧਾ ਹੋਣ ਕਰਕੇ ਜਿਹੜੀ ਆਮ ਸਾਡੀ ਸਿਟੀਜ਼ਨਸ ਹੈ ਤੇ ਗਵਰਨਮੈਂਟ ਹੈ ਉਹਦੇ ਵਿੱਚ ਗੱਲਬਾਤ ਵਧੀਆ ਤਰੀਕੇ ਨਾਲ ਹੋ ਜਾਂਦੀ ਹੈ। ਭਾਵ ਜੇ ਕੋਈ ਨਾਗਰਿਕ ਤੇ ਸਰਕਾਰ ਦੇ ਵਿੱਚ ਕਿਸੇ ਸੇਵਾ ਤੋਂ, ਮੰਨ ਲਓ ਕੋਈ ਨਾਗਰਿਕ ਹੈ ਸਰਕਾਰ ਦੀ ਕਿਸੇ ਵੀ ਸੇਵਾ ਤੋਂ ਖੁਸ਼ ਨਹੀਂ ਹੈਗਾ, ਤਾਂ ਉਹ ਆਪਣੀ ਫੀਡਬੈਕ ਸਰਕਾਰ ਨੂੰ ਔਨਲਾਈਨ ਸੁਵਿਧਾ ਦੇ ਜ਼ਰੀਏ ਆਰਾਮ ਨਾਲ ਦੇ ਸਕਦਾ ਹੈ। ਨੈਕਸਟ ਇਜ਼ ਟੂ ਰਿਡਿਊਸ ਟਾਈਮ। ਦੂਸਰਾ ਉਦੇਸ਼ ਹੈ ਕਿ ਸਰਕਾਰ ਵੱਲੋਂ ਜੋ ਵੀ ਪ੍ਰਤੀਕਿਰਿਆ ਹੈ ਉਸਦਾ ਜਲਦੀ ਮਿਲਣਾ। ਭਾਵ ਸਰਕਾਰ ਨੇ ਕੀ ਹੈ ਕਿ ਜੋ ਵੀ ਸਿਟੀਜ਼ਨਸ ਲਈ ਕੋਈ ਵੀ ਨਵੀਂ ਚੀਜ਼ ਇੰਪਲੀਮੈਂਟ ਕੀਤੀ ਹੈ ਤਾਂ ਉਹ ਲੋਕਾਂ ਤੱਕ ਜਲਦੀ ਪਹੁੰਚਾਉਣਾ। ਆਮ ਤੌਰ 'ਤੇ ਲੋਕਾਂ ਦੇ ਜਿਹੜੇ ਕੁਐਸਚਨਸ ਹੈ ਜਾਂ ਪ੍ਰੋਬਲਮਸ ਹੈ ਸਰਕਾਰ ਉਹਨਾਂ ਦਾ ਜਵਾਬ ਦੇਣ ਲਈ ਬਹੁਤ ਟਾਈਮ ਲੈਂਦੀ ਹੈ। ਤਾਂ ਈ ਗਵਰਨੈਂਸ ਦਾ ਮੇਨ ਪਰਪਜ਼ ਇਹ ਹੈ ਕਿ ਇਹ ਜਿਹੜਾ ਲੱਗਣ ਵਾਲਾ ਟਾਈਮ ਹੈ ਉਹਨੂੰ ਵੀ ਘਟਾਉਣਾ ਹੈ। ਐਂਡ ਦ ਲਾਸਟ ਵਨ ਐਂਡ ਦ ਮੋਸਟ ਇੰਪੋਰਟੈਂਟ ਇਜ਼ ਦ ਡਿਜੀਟਲ ਇੰਡੀਆ। ਅਗਲਾ ਉਦੇਸ਼ ਹੈ ਕਿ ਲੋਕਾਂ ਨੂੰ ਡਿਜੀਟਲ ਬਣਾਉਣਾ। ਈ ਗਵਰਨੈਂਸ ਦਾ ਇਸਤੇਮਾਲ ਕਰਨ ਨਾਲ ਲੋਕਾਂ ਨੂੰ ਕੀ ਹੈ ਡਿਜੀਟਲ ਦੁਨੀਆ ਨਾਲ ਜੁੜਨਾ ਪੈ ਗਿਆ, ਠੀਕ ਹੈ, ਤੇ ਅਜਿਹਾ ਕਰਨ ਨਾਲ ਜਿਹੜੇ ਸਾਡੇ ਦੇਸ਼ ਦੇ ਲੋਕ ਹੈ ਉਹ ਵੱਧ ਤੋਂ ਵੱਧ ਇੰਟਰਨੈਟ ਨਾਲ ਜੁੜ ਗਏ। ਤਾਂ ਇਹੀ ਮੇਨ ਹੈ ਕਿ ਈ ਗਵਰਨੈਂਸ ਦੇ 3 ਪਰਪਸ। ਐਂਡ ਦਾ ਨੈਕਸਟ ਇਜ਼ ਟਾਈਪਸ ਆਫ ਈ ਗਵਰਨੈਂਸ, ਜਾਂ ਅਸੀਂ ਮਾਡਲਸ ਵੀ ਕਹਿ ਸਕਦੇ ਹਾਂ ਕਿ ਮਾਡਲਸ ਕੀ ਹੈ ਈ ਗਵਰਨੈਂਸ ਦੇ। ਤਾਂ ਸਾਡਾ ਸਭ ਤੋਂ ਪਹਿਲਾ ਜਿਹੜਾ ਮਾਡਲ ਹੈ CG2C, ਗਵਰਨਮੈਂਟ ਟੂ ਸਿਟੀਜ਼ਨਸ, ਠੀਕ ਹੈ। ਗਵਰਨਮੈਂਟ ਨੇ ਜਿਹੜੀਆਂ ਵੀ ਆਪਣੀਆਂ ਸੇਵਾਵਾਂ ਸਰਵਿਸਿਜ਼ ਆਮ ਭਾਰਤ ਦੇ ਆਮ ਲੋਕਾਂ ਤੱਕ ਦੇਣੀਆਂ ਨੇ ਉਹ ਸਾਡੀ ਕਿਹੜੀ ਕੈਟਾਗਰੀ ਦੇ ਵਿੱਚ ਆ ਜਾਂਦੀਆਂ, ਗਵਰਨਮੈਂਟ ਟੂ ਸੀ ਦੇ ਵਿੱਚ। ਇਹਦੇ ਵਿੱਚ ਕੀ ਹੈ ਕਿ ਸਰਕਾਰ ਆਪਣੀਆਂ ਸਰਕਾਰੀ ਸੇਵਾਵਾਂ ਨੂੰ ਕੁਛ ਨਿਯਮਾਂ ਨੂੰ ਫੋਲੋ ਕਰਦੇ ਹੋਏ ਈਜ਼ੀ ਮੈਥਡ ਨਾਲ ਸਿਟੀਜ਼ਨਸ ਨੂੰ ਇਸ ਤਰ੍ਹਾਂ ਪ੍ਰੋਵਾਈਡ ਕਰਵਾਉਂਦੀ ਹੈ ਕਿ ਜਨਤਾ, ਸਿਟੀਜ਼ਨਸ ਜਾਂ ਸਰਕਾਰ ਦੋਵਾਂ ਦਾ ਪੈਸਾ ਤੇ ਸਮਾਂ ਬਚਦਾ ਹੈ। ਅਤੇ ਕੰਮ ਦੇ ਵਿੱਚ ਕੀ ਆਉਂਦੀ ਹੈ ਟਰਾਂਸਪੇਰੈਂਸੀ। ਟਰਾਂਸਪੇਰੈਂਸੀ ਦਾ ਕੀ ਮਤਲਬ ਹੈ ਕਿ ਮਤਲਬ ਕੋਈ ਘਪਲਾ ਨਹੀਂ, ਕੰਮ ਸਿੱਧੇ ਤੌਰ 'ਤੇ ਹੋਣਾ। ਮੇਨਲੀ ਟਰਾਂਸਪੇਰੈਂਸੀ ਦਾ ਇਹ ਮਤਲਬ ਹੁੰਦਾ। ਦੇਖੋ ਪਹਿਲਾਂ ਕੀ ਹੁੰਦਾ ਸੀ, ਪਹਿਲਾਂ ਸਾਨੂੰ ਕੋਈ ਵੀ ਕੰਮ ਹੁੰਦਾ ਸੀ ਅਸੀਂ ਆਮ ਤੌਰ 'ਤੇ ਇਹ ਕਹਿ ਸਕਦੇ ਸੀ ਕਿ ਸਾਨੂੰ ਕੀ ਪਤਾ ਹੁਣ ਇਹ ਰਿਜ਼ਲਟ ਕਿਵੇਂ ਬਣਿਆ, ਕੋਈ ਘਪਲਾ ਨਾ ਹੋਇਆ ਹੋਵੇ, ਕੋਈ ਪਾਰਸ਼ੈਲਿਟੀ ਨਾ ਹੋਈ ਹੋਵੇ, ਹੈ ਨਾ, ਜਦੋਂ ਔਨਲਾਈਨ ਸਿਸਟਮ ਨਹੀਂ ਹੁੰਦੇ ਸੀ। ਪਰ ਹੁਣ ਹਰੇਕ ਕੰਮ ਔਨਲਾਈਨ ਹੋਣ ਕਰਕੇ ਕੀ ਹੋ ਗਿਆ, ਸਿਟੀਜ਼ਨਸ ਨੂੰ ਵੀ ਆਪਣੇ ਕੰਮ ਸਰਕਾਰ ਤੋਂ ਸੈਟਿਸਫੈਕਸ਼ਨ ਹੋਣ ਲੱਗ ਗਈ ਅਤੇ ਉਹ ਜਿਹੜਾ ਕੰਮ ਹੈ ਆਪਣਾ ਔਨਲਾਈਨ ਕਰਨ ਲਈ ਜ਼ਿਆਦਾ ਪਸੰਦ ਕਰਦੇ ਆ। ਉਹਦੇ ਨਾਲ ਕੀ ਹੈ ਕਿ ਟਰਾਂਸਪੇਰੈਂਸੀ ਵੱਧਦੀ ਹੈ, ਜਿਹੜੇ ਘਪਲੇ ਹੈ ਜਾਂ ਪਾਰਸ਼ੈਲਿਟੀ ਦੀ ਜਿਹੜੀ ਸੰਭਾਵਨਾ ਹੈ ਉਹ ਘੱਟ ਜਾਂਦੀ ਹੈ। ਨੈਕਸਟ ਇਜ਼ G2E, ਗਵਰਨਮੈਂਟ ਟੂ ਇੰਪਲਾਈ, ਜਾਂ ਸਰਕਾਰ ਤੋਂ ਕਰਮਚਾਰੀ। ਸਰਕਾਰ ਦੇ ਵਿਭਾਗਾਂ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਲੋਕ ਹੈ ਉਹਨਾਂ ਨੂੰ ਕਰਮਚਾਰੀ ਕਹਿੰਦੇ ਆ, ਠੀਕ ਹੈ। ਤਾਂ ਇਸ ਮਾਡਲ ਦੇ ਵਿੱਚ ਕੀ ਹੈ, ਸਰਕਾਰ ਅਤੇ ਇਸ ਦੇ ਕਰਮਚਾਰੀਆਂ ਵਿਚਕਾਰ ਟਰਾਂਸਪੇਰੈਂਸੀ ਤਾਂ ਆਉਂਦੀ ਹੈ। ਇਹਦੇ ਵਿੱਚ ਕੀ ਹੈ ਕਿ ਕਰਮਚਾਰੀ ਸਰਕਾਰ ਦੇ ਕੰਮ ਅਤੇ ਕੰਮ ਕਰਨ ਦੇ ਢੰਗ ਨੂੰ ਚੈੱਕ ਕਰਦਾ ਹੈ। ਕਰਮਚਾਰੀ ਸਰਕਾਰ ਦੇ ਕੰਮਾਂ ਨੂੰ ਤੇ ਕੰਮ ਕਰਨ ਦੇ ਢੰਗਾਂ ਨੂੰ ਵੀ ਚੈੱਕ ਕਰਦਾ ਹੈ। ਕਰਮਚਾਰੀ ਆਪਣੀ ਹਰ ਕਿਸਮ ਦੀ ਜਿਹੜੀ ਕੰਪਲੇਂਟਸ ਹੈ ਜਾਂ ਜੇ ਉਹ ਕਰਮਚਾਰੀ ਕਿਸੇ ਵੀ ਗੱਲ ਤੋਂ ਸੈਟਿਸਫਾਈਡ ਨਹੀਂ ਹੈਗਾ ਉਹ ਦੱਸ ਸਕਦਾ ਹੈ ਸਰਕਾਰ ਨੂੰ। ਸਰਕਾਰ ਵੱਲੋਂ ਕਰਮਚਾਰੀਆਂ ਲਈ ਹਰ ਕਿਸਮ ਦੇ ਰੂਲਸ ਜਾਂ ਫਿਰ ਕਾਨੂੰਨ ਨੂੰ ਸ਼ੇਅਰ ਕੀਤਾ ਜਾਂਦਾ ਹੈ। ਕਰਮਚਾਰੀ ਆਪਣੇ ਕੰਮ ਦਾ ਰਿਕਾਰਡ ਅਤੇ ਜਿੰਨੀਆਂ ਵੀ ਪੇਮੈਂਟਸ ਕੀਤੀਆਂ ਹੋਈਆਂ ਗੌਰਮੈਂਟ ਤੱਕ ਉਹ ਵੀ ਚੈੱਕ ਕਰ ਸਕਦਾ ਹੈ। ਕਰਮਚਾਰੀ ਨੂੰ ਕਿਸੇ ਕੰਮ ਨਾਲ ਸੰਬੰਧਿਤ ਫਾਰਮ ਜੇ ਭਰਨਾ ਹੈ, ਛੁੱਟੀ ਲਈ ਫਾਰਮ ਹੈ, ਮੈਡੀਕਲ ਫਾਰਮ ਹੈ, ਉਹ ਵੀ ਔਨਲਾਈਨ ਰਜਿਸਟਰ ਕਰ ਸਕਦਾ ਹੈ ਇਸ ਦੇ ਵਿੱਚ। ਨੈਕਸਟ ਹੈ G2B, ਗਵਰਨਮੈਂਟ ਟੂ ਬਿਜ਼ਨਸ। ਗਵਰਨਮੈਂਟ ਟੂ ਬਿਜ਼ਨਸ ਦੇ ਵਿੱਚ ਕੀ ਹੈ ਕਿ ਇਹਦੇ ਵਿੱਚ ਸਰਕਾਰ ਵਪਾਰੀ ਵਰਗ ਨਾਲ ਜੁੜਿਆ ਹੁੰਦੇ ਹੈ, ਠੀਕ ਹੈ। ਸਰਕਾਰ ਵਪਾਰੀ ਵਰਗ ਨੂੰ ਸਹਿਜ ਤਰੀਕੇ ਨਾਲ ਗੱਲਬਾਤ ਕਰਨ ਦੇ ਲਈ ਇਹ ਵਾਲਾ ਇਨਵਾਇਰਮੈਂਟ ਪ੍ਰੋਵਾਈਡ ਕਰਦੀ ਹੈ। ਇਸ ਦਾ ਮੇਨ ਉਦੇਸ਼ ਹੁੰਦਾ ਹੈ ਕਿ ਵਪਾਰੀ ਵਰਗ ਵੱਲੋਂ ਸਰਕਾਰ ਨਾਲ ਗੱਲਬਾਤ ਕਰਦੇ ਸਮੇਂ ਟਰਾਂਸਪੇਰੈਂਸੀ ਲਿਆਉਣਾ, ਅਤੇ ਵਪਾਰੀ ਨੂੰ ਇਹ ਪਤਾ ਹੋਣਾ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਉਸਨੇ ਆਪਣੇ ਵਪਾਰ ਦੇ ਵਿੱਚ ਇਨਵੈਸਟ ਕਰਨਾ ਹੈ ਤਾਂ ਜੋ ਗਵਰਨਮੈਂਟ ਇੰਟਰਫੀਅਰੈਂਸ ਨਾ ਹੋ ਸਕੇ। ਅਤੇ ਸਰਕਾਰ ਨੂੰ ਵੀ ਇਹ ਧਿਆਨ ਰੱਖਣਾ ਹੁੰਦਾ ਹੈ ਕਿ ਕੋਈ ਵੀ ਵਪਾਰੀ ਸਰਕਾਰ ਦੇ ਕਿਸੇ ਨਿਯਮ ਨੂੰ ਤੋੜੇ ਨਾ, ਅਤੇ ਇਸ ਤੋਂ ਇਲਾਵਾ ਕਿ ਵਪਾਰੀ ਜੋ ਵੀ ਪ੍ਰੋਡਕਸ਼ਨ ਕਰ ਰਿਹਾ ਹੈ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਭ੍ਰਸ਼ਟਾਚਾਰ ਆਂਕੜਾ ਜਾਂ ਇਨਕਮ ਟੈਕਸ ਨਾ ਹੋਵੇ। ਐਂਡ ਦ ਲਾਸਟ ਵਨ ਇਜ਼ G2G, ਗਵਰਨਮੈਂਟ ਟੂ ਗਵਰਨਮੈਂਟ। ਕੁਛ ਇਹੋ ਜਿਹੇ ਅੰਕੜੇ ਹੁੰਦੇ ਆ, ਸੂਚਨਾਵਾਂ ਹੁੰਦੀਆਂ, ਡਿਟੇਲਸ ਹੁੰਦੀਆਂ ਜਿਹੜੀਆਂ ਕਿ ਗਵਰਨਮੈਂਟ ਟੂ ਗਵਰਨਮੈਂਟ ਹੀ ਟਰੈਵਲ ਹੁੰਦੀਆਂ। ਮੰਨ ਲਓ ਸਟੇਟ ਗਵਰਨਮੈਂਟ ਨੇ ਸੈਂਟਰਲ ਗਵਰਨਮੈਂਟ ਤੱਕ ਕੁਛ ਪਹੁੰਚਾਉਣਾ ਹੈ, ਸਟੇਟ ਗਵਰਨਮੈਂਟ ਨੇ ਲੋਕਲ ਗਵਰਨਮੈਂਟ ਨੂੰ ਕੁਛ ਅੰਕੜੇ ਜਾਂ ਇਨਫੋਰਮੇਸ਼ਨਸ ਦੇਣੀ ਹੈ, ਤਾਂ ਉਹ ਕਿਹੜੀ ਕੈਟਾਗਰੀ ਦੇ ਵਿੱਚ ਆਉਣਗੀਆਂ, G2G ਕੈਟਾਗਰੀ ਦੇ ਵਿੱਚ ਆਉਣਗੀਆਂ। ਤਾਂ ਇਹ ਵਾਲੇ ਜਿਹੜੇ ਸਾਡੇ ਸੀਗੀਆਂ 4 ਮਾਡਲਸ ਹੈ ਜਾਂ ਟਾਈਪਸ ਹੈ ਈ ਗਵਰਨੈਂਸ ਦੀਆਂ। ਨੈਕਸਟ ਹੈ ਸਕੋਪ ਆਫ ਈ ਗਵਰਨੈਂਸ। ਸਕੋਪ ਹੁੰਦਾ ਹੈ ਰੇਂਜ, ਕਿ ਸਾਡਾ ਈ ਗਵਰਨੈਂਸ ਕਿੱਥੇ ਕਿੱਥੇ ਯੂਜ਼ ਹੁੰਦਾ, ਕਦੋਂ ਯੂਜ਼ ਹੁੰਦਾ ਹੈ। ਦੇਖੋ ਇੱਥੇ ਅਸੀਂ ਆਪਣੇ ਲਾਈਫ ਦੇ ਫੇਸਿਸ ਦਿਖਾਏ ਹੋਏ ਹੈ
ਕਿ ਮੈਨੂੰ ਲੱਗਦਾ ਹੈ ਕਿ ਆਪਣੀ ਲਾਈਫ ਦੇ ਹਰੇਕ ਫੇਸ ਦੇ ਵਿੱਚ ਹੀ ਗਵਰਨੈਂਸ ਯੂਜ਼ ਹੁੰਦਾ ਹੈ। ਜਿਵੇਂ ਜਦੋਂ ਚਾਈਲਡ ਫੇਸ ਦੇ ਵਿੱਚ ਕੀ ਹੈ, ਚਾਈਲਡ ਫੇਸ ਦੇ ਵਿੱਚ ਸਾਨੂੰ ਜਦੋਂ ਸਾਡਾ ਬਰਥ ਹੁੰਦਾ ਹੈ, ਸਾਨੂੰ ਨਾਲ ਦੀ ਨਾਲ ਬਰਥ ਸਰਟੀਫਿਕੇਟ ਚਾਹੀਦਾ ਹੁੰਦਾ ਹੈ ਹੈਲਥ ਡਿਟੇਲਸ ਲਈ। ਜੋ ਵੀ ਵੈਕਸੀਨੇਸ਼ਨ ਸਾਡੀਆਂ ਹੁੰਦੀਆਂ ਬਾਏ ਬਰਥ, ਉਹਦੇ ਰਿਕਾਰਡ ਲਈ ਵੀ ਸਾਨੂੰ ਕੀ ਚਾਹੀਦੀ ਹੁੰਦੀ ਹੈ, ਈ ਗਵਰਨੈਂਸ। ਐਂਡ ਦਾ ਸੈਕਿੰਡ ਫੇਸ ਇਜ਼ ਸਟੂਡੈਂਟ। ਜਦੋਂ ਅਸੀਂ ਵਿਦਿਆਰਥੀ ਹੁੰਦੇ ਹਾਂ ਤਾਂ ਸਾਨੂੰ ਸਕੂਲ ਵਿੱਚ ਐਡਮਿਸ਼ਨ ਫਾਰਮ ਭਰਨਾ ਪੈਂਦਾ, ਉਹ ਵੀ ਹੁਣ ਔਨਲਾਈਨ। ਸਕਾਲਰਸ਼ਿਪ ਫਾਰਮਸ, ਈ ਲਰਨਿੰਗ, ਔਨਲਾਈਨ ਸਿੱਖਿਆ ਜਿਹੜੀ ਵੀ ਅਸੀਂ ਲੈਣੀ ਹੈ, ਐਗਜ਼ਾਮੀਨੇਸ਼ਨ ਰਿਜ਼ਲਟਸ ਦੇਖਣ ਲਈ ਵੀ ਸਾਨੂੰ ਈ ਗਵਰਨੈਂਸ, ਜਾਂ ਔਨਲਾਈਨ ਵੈਬ ਪੋਰਟਲਸ 'ਤੇ ਅਸੀਂ ਸਾਰਾ ਕੰਮ ਕਰਦੇ ਹਾਂ ਤਾਂ ਉਦੋਂ ਵੀ ਸਾਨੂੰ ਈ ਗਵਰਨੈਂਸ ਦੀ ਜ਼ਰੂਰਤ ਪੈਂਦੀ ਹੈ। ਐਂਡ ਦਾ ਨੈਕਸਟ ਇਜ਼ ਯੂਥ ਏਜ। ਸਾਡੀ ਜਦੋਂ ਯੂਥ ਏਜ ਹੁੰਦੀ ਹੈ ਤਾਂ ਉਦੋਂ ਸਾਨੂੰ ਆਹ ਵਾਲੀ ਮਤਲਬ ਇੱਥੇ ਸਾਨੂੰ ਈ ਗਵਰਨੈਂਸ ਦੀ ਜ਼ਰੂਰਤ ਪੈਂਦੀ ਹੈ, ਲਾਈਕ ਪਾਸਪੋਰਟ, ਵੀਜ਼ਾ, ਡਰਾਈਵਿੰਗ ਲਾਇਸੈਂਸ, ਵਹੀਕਲ ਰਜਿਸਟ੍ਰੇਸ਼ਨ, ਇੰਪਲੋਇਮੈਂਟ ਸਰਵਿਸਿਜ਼। ਇਹ ਸਭ ਲਈ ਸਾਨੂੰ ਯੂਥ ਏਜ ਦੇ ਵਿੱਚ ਵੀ ਗਵਰਨੈਂਸ ਦੀ ਜ਼ਰੂਰਤ ਪੈਂਦੀ ਹੈ। ਐਂਡ ਦਾ ਨੈਕਸਟ ਵਨ ਇਜ਼ ਫੈਮਿਲੀ। ਜਦੋਂ ਅਸੀਂ ਫੈਮਿਲੀ ਦੇ ਵਿੱਚ ਹੁੰਦੇ ਹਾਂ ਤਾਂ ਸਾਨੂੰ ਕਿੱਥੇ ਕਿੱਥੇ ਈ ਗਵਰਨੈਂਸ ਚਾਹੀਦਾ ਹੈ, ਐਗਰੀਕਲਚਰ, ਖੇਤੀਬਾੜੀ ਲਈ, ਜ਼ਮੀਨਾਂ ਦਾ ਰਿਕਾਰਡ ਰੱਖਣ ਲਈ, ਕੋਈ ਪ੍ਰੋਪਰਟੀ ਹੈ, ਘਰ ਹੈ, ਪਲਾਟ ਹੈ, ਉਹਦੀ ਰਜਿਸਟ੍ਰੇਸ਼ਨ ਲਈ, ਮੈਰਿਜ ਸਰਟੀਫਿਕੇਟ ਲਈ, ਇਨਕਮ ਟੈਕਸ ਭਰਨ ਲਈ ਜੋ ਰਿਟਰਨਾਂ ਅਸੀਂ ਭਰਦੇ ਹਾਂ, ਯੂਟਿਲਿਟੀ ਸਰਟੀਫਿਕੇਟਸ, ਯੂਟਿਲਿਟੀ ਸਰਵਿਸਿਜ਼ ਜੋ ਵੀ ਹੈ, ਮਿਊਨਸੀਪਲ ਸਰਵਿਸਿਜ਼, ਠੀਕ ਹੈ। ਇਹਨਾਂ ਦੇ ਲਈ ਵੀ ਸਾਨੂੰ ਮਿਊਨਸੀਪਲ ਯੂਟਿਲਿਟੀ ਸਰਟੀਫਿਕੇਟਸ ਸਰਵਿਸਿਜ਼ ਲਾਈਕ ਰਾਸ਼ਨ ਕਾਰਡ ਬਣਾਉਣਾ ਹੈ, ਪੈਨ ਕਾਰਡ, ਵੋਟਰ ਕਾਰਡ ਬਣਾਉਣਾ ਹੈ, ਤਾਂ ਉਹਦੇ ਲਈ ਵੀ ਸਾਨੂੰ ਈ ਗਵਰਨੈਂਸ ਚਾਹੀਦਾ ਹੈ। ਐਂਡ ਦਾ ਲਾਸਟ ਵਨ ਇਜ਼ ਓਲਡ ਏਜ। ਓਲਡ ਏਜ ਦੇ ਵਿੱਚ ਸਾਨੂੰ ਕਿੱਥੇ ਕਿੱਥੇ ਈ ਗਵਰਨੈਂਸ ਦੀ ਲੋੜ ਪੈਂਦੀ ਹੈ, ਪੈਨਸ਼ਨਸ ਲਈ, ਇੰਸ਼ੋਰੈਂਸ ਲਈ, ਹੈਲਥ ਕੇਅਰ ਲਈ, ਡੈਥ ਸਰਟੀਫਿਕੇਟ ਲਈ। ਤਾਂ ਇਹ ਹੈ ਸਾਡਾ ਸਕੋਪ ਆਫ ਈ ਗਵਰਨੈਂਸ। ਮੈਨੂੰ ਇਹ ਲੱਗਦਾ ਕਿ ਲਾਈਫ ਦੇ ਹਰੇਕ ਫੇਸ 'ਤੇ ਹੀ ਸਾਨੂੰ ਈ ਗਵਰਨੈਂਸ ਦੀ ਜ਼ਰੂਰਤ ਪੈਂਦੀ ਹੈ। ਕੁਛ ਅਦਰ ਏਰੀਆਜ਼ ਨੇ ਜਿੱਥੇ ਹੋਰ ਸਾਨੂੰ ਈ ਗਵਰਨੈਂਸ ਦੀ ਲੋੜ ਪੈਂਦੀ ਹੈ, ਲਾਈਕ ਪਬਲਿਕ ਗ੍ਰੀਵੈਂਸਸ। ਇਹਦੇ ਵਿੱਚ ਰਾਸ਼ਨ ਕਾਰਡ ਬਣਾਉਣਾ, ਲੋਕਾਂ ਨੇ ਟਰਾਂਸਪੋਰਟੇਸ਼ਨ ਫੈਸਿਲਿਟੀਜ਼ ਲੈਣੀਆਂ, ਉੱਥੇ ਈ ਗਵਰਨੈਂਸ ਚਾਹੀਦਾ ਹੈ। ਜ਼ਮੀਨੀ ਰਿਕਾਰਡ ਰੱਖਣੇ ਹੈ, ਰੂਰਲ ਸਰਵਿਸਿਜ਼, ਰੂਰਲ ਏਰੀਆ ਦੇ ਵਿੱਚ, ਤਾਂ ਉੱਥੇ ਹੀ ਗਵਰਨੈਂਸ ਚਾਹੀਦਾ ਹੈ। FIR ਰਜਿਸਟ੍ਰੇਸ਼ਨਸ, ਕੁਛ ਗੁੰਮ ਗਿਆ, ਕੁਛ ਲੱਭ ਗਿਆ, ਉਹਦੀ ਡਿਟੇਲਸ ਲਈ। ਸੋਸ਼ਲ ਸਰਵਿਸਿਜ਼ ਲਾਈਕ ਸਕੂਲ, ਬਰਥ, ਡੈਥ ਸਰਟੀਫਿਕੇਟਸ ਲਈ। ਐਗਰੀਕਲਚਰ ਸੈਕਟਰ ਦੇ ਵਿੱਚ ਫਰਟੀਲਾਈਜ਼ਰਸ ਅਤੇ ਸੀਡਸ ਦੇ ਲਈ। ਯੂਟਿਲਿਟੀ ਪੇਮੈਂਟਸ ਲਾਈਕ ਇਲੈਕਟ੍ਰੀਸਿਟੀ, ਵਾਟਰ ਬਿਲਸ ਵਗੈਰਾ। ਕਮਰਸ਼ੀਅਲ ਅਤੇ ਇਨਕਮ ਟੈਕਸ, ਐਕਸਾਈਜ਼ ਡਿਊਟੀ ਲਈ। ਹੌਸਪੀਟਲਸ, OPD, ਵੈਕਸੀਨੇਸ਼ਨਸ ਦੇ ਲਈ ਸਾਨੂੰ। ਤਾਂ ਇਹ ਸਾਰੇ ਸਾਡੀਆਂ ਸੰਸਥਾਵਾਂ ਹੈ, ਅਤੇ ਹੁਣ ਇੱਥੋਂ ਤੁਹਾਨੂੰ ਇਹ ਤੁਸੀਂ ਕਹਿ ਸਕਦੇ ਹੋ ਕਿ ਲਾਈਫ ਦਾ ਕੋਈ ਵੀ ਇਹੋ ਜਿਹਾ ਫੇਸ ਜਾਂ ਕੋਈ ਵੀ ਸਰਕਾਰ, ਕੋਈ ਵੀ ਇਹੋ ਜਿਹਾ ਵਿਭਾਗ ਨਹੀਂ ਹੈ ਜਿੱਥੇ ਈ ਗਵਰਨੈਂਸ ਦੀ ਜ਼ਰੂਰਤ ਨਾ ਪੈਂਦੀ ਹੋਵੇ। ਹੁਣ ਹੈ ਕਿ ਲਾਭ ਕੀ ਹੈ ਈ ਗਵਰਨੈਂਸ ਦੇ। ਈ ਗਵਰਨੈਂਸ ਕਿੱਥੇ ਕਿੱਥੇ ਯੂਜ਼ ਹੁੰਦਾ, ਉਹਦੇ ਕੀ ਕੀ ਸਾਡੇ ਲਾਭ ਨੇ, ਉਹ ਅਸੀਂ ਹੁਣ ਦੇਖਾਂਗੇ। ਸਭ ਤੋਂ ਪਹਿਲਾਂ ਹੈਗਾ ਸਾਡਾ ਈ ਗਵਰਨੈਂਸ ਦਾ ਇੰਟਰਨੈਟ ਬੈਂਕਿੰਗ ਜਾਂ ਨੈੱਟ ਬੈਂਕਿੰਗ। ਹੁਣ ਇੰਟਰਨੈਟ ਬੈਂਕਿੰਗ ਕੀ ਹੈ? ਨੈੱਟ ਬੈਂਕਿੰਗ ਰਾਹੀਂ ਕੀ ਹੁੰਦਾ ਹੈ ਕਿ ਅਸੀਂ ਜੋ ਵੀ ਕੰਮ ਬੈਂਕ, ਪਹਿਲਾਂ ਅਸੀਂ ਕੋਈ ਵੀ ਕੰਮ ਨੈੱਟ ਬੈਂਕਿੰਗ ਰਾਹੀਂ ਅਸੀਂ ਕੋਈ ਵੀ ਕੰਮ ਜਿਹੜਾ ਬੈਂਕ ਬ੍ਰਾਂਚ ਦੇ ਵਿੱਚ ਜਾ ਕੇ ਕੰਮ ਕਰਵਾਉਂਦੇ ਸੀ, ਉਹ ਹੁਣ ਇੱਕ ਮਾਊਸ ਕਲਿੱਕ 'ਤੇ ਸੰਭਵ ਹੈ। ਤਾਂ ਨੈੱਟ ਬੈਂਕਿੰਗ ਕਿਵੇਂ ਲੈਣੀ ਹੁੰਦੀ ਹੈ? ਜਦੋਂ ਜਿਸ ਬੈਂਕ ਦੇ ਵਿੱਚ ਸਾਡਾ ਅਕਾਊਂਟ ਹੈ, ਅਸੀਂ ਉਸੇ ਬੈਂਕ ਦੇ ਵਿੱਚ ਜਾ ਕੇ ਆਪਣੀ ਨੈੱਟ ਬੈਂਕਿੰਗ ਦੀ ਡਿਮਾਂਡ ਕਰ ਸਕਦੇ ਹਾਂ। ਤਾਂ ਅਸੀਂ ਜੇ ਨੈੱਟ ਬੈਂਕਿੰਗ ਲੈਣਾ ਚਾਹੁੰਦੇ ਹਾਂ ਤਾਂ ਬੈਂਕ ਵੱਲੋਂ ਸਾਨੂੰ ਇੱਕ ਫੋਰਮ ਦਿੱਤਾ ਜਾਂਦਾ, ਅਸੀਂ ਉਹ ਫਿਲ ਕਰਕੇ ਅਸੀਂ ਡਿਮਾਂਡ ਕਰ ਸਕਦੇ ਹਾਂ ਕਿ ਸਾਨੂੰ ਨੈੱਟ ਬੈਂਕਿੰਗ ਵੀ ਪ੍ਰੋਵਾਈਡ ਕੀਤੀ ਜਾਵੇ। ਤਾਂ ਉਹ ਕੁਛ ਦਿਨਾਂ ਬਾਅਦ ਸਾਨੂੰ ਯੂਜ਼ਰ ਨੇਮ ਅਤੇ ਪਾਸਵਰਡ ਸਾਡੇ ਘਰ ਪਹੁੰਚਾ ਦਿੱਤੇ ਹੈ। ਤਾਂ ਉਸ ਯੂਜ਼ਰ ਨੇਮ ਅਤੇ ਪਾਸਵਰਡ ਨੂੰ ਫੋਲੋ ਕਰਦੇ ਹੋਏ ਹੀ ਅਸੀਂ ਨੈੱਟ ਬੈਂਕਿੰਗ ਨੂੰ ਆਪਰੇਟ ਕਰਦੇ ਹਾਂ, ਠੀਕ ਹੈ। ਤਾਂ ਇਹਦੇ ਨਾਲ ਸਾਨੂੰ ਕੀ ਲਾਭ ਨੇ? ਇੱਕ ਤਾਂ ਕਸਟਮਰ ਨੂੰ 24 ਘੰਟੇ ਆਪਣੇ ਅਕਾਊਂਟ ਦੀ ਜਾਣਕਾਰੀ ਮਿਲਦੀ ਰਹਿੰਦੀ ਹੈ। ਇੱਕ ਹੈ ਕਿ ਮਨੀ ਹੈ, ਜਿਹੜੀ ਪੈਸਾ ਹੈ, ਉਹ ਇੱਕ ਥਾਂ ਤੋਂ ਦੂਜੀ ਥਾਂ 'ਤੇ ਬਹੁਤ ਸੌਖੇ ਢੰਗ ਨਾਲ ਟਰਾਂਸਫਰ ਹੋ ਜਾਂਦਾ ਹੈ। ਇੱਕ ਥਾਂ 'ਤੇ ਸਾਨੂੰ ਮਤਲਬ ਬੈਂਕ ਜਾਣ ਦੀ ਲੋੜ ਨਹੀਂ ਪੈਂਦੀ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਆਰਾਮ ਨਾਲ ਟਰਾਂਸਫਰ ਹੋ ਜਾਂਦਾ ਹੈ। ਅਤੇ ਡੈਬਿਟ ਅਤੇ ਕ੍ਰੈਡਿਟ ਕਾਰਡ ਵੀ ਔਨਲਾਈਨ ਆਰਾਮ ਨਾਲ ਆਪਰੇਟ ਹੋ ਜਾਂਦੇ ਹੈ। ਨਿਊਜ਼, ਜੋ ਵੀ ਬੈਂਕ ਦੀਆਂ ਨਿਊ ਸਕੀਮਸ ਹੈ, ਉਹ ਇੰਟਰਨੈੱਟ 'ਤੇ ਅਸੀਂ ਇਨਫੋਰਮੇਸ਼ਨ ਉਹਨਾਂ ਦੀ ਰੈਂਡਮਲੀ ਦੇਖ ਸਕਦੇ ਹਾਂ। ਅਤੇ ਨੈੱਟ ਬੈਂਕਿੰਗ ਸਾਨੂੰ ਆਪਣੇ ਅਕਾਊਂਟ ਨੂੰ ਸਿਕਿਉਰ ਵੀ ਕਰਦੀ ਹੈ, ਸਾਡੇ ਅਕਾਊਂਟ ਨੂੰ ਸਿਕਿਉਰਿਟੀ ਵੀ ਪ੍ਰੋਵਾਈਡ ਕਰਦੀ ਹੈ। ਐਂਡ ਦਾ ਨੈਕਸਟ ਇਜ਼ ਔਨਲਾਈਨ ਰੇਲਵੇ ਟਿਕਟ। ਔਨਲਾਈਨ ਰੇਲਵੇ ਟਿਕਟ ਕੀ ਹੈ ਕਿ ਭਾਰਤੀ ਰੇਲਵੇ ਨੇ ਦੋ ਤਰ੍ਹਾਂ ਦੀ ਟਿਕਟ ਪ੍ਰਣਾਲੀ ਸ਼ੁਰੂ ਕੀਤੀ ਹੋਈ ਹੈ। ਇੱਕ ਤਾਂ ਆਈ ਟਿਕਟਿੰਗ, ਜਿਹੜੀ ਕਿ ਅਸੀਂ ਇਹਦੇ ਵਿੱਚ ਪੜ੍ਹਾਂਗੇ। ਨੈਕਸਟ ਇਜ਼ ਈ ਟਿਕਟਿੰਗ। ਆਈ ਟਿਕਟਿੰਗ ਦੇ ਵਿੱਚ ਕੀ ਹੈ ਕਿ ਇਸ ਵਿੱਚ ਜਿਹੜੀ ਪੈਸੇਂਜਰ ਨੂੰ 2 ਜਾਂ 3 ਦਿਨ ਪਹਿਲਾਂ ਆਪਣੀ ਟਿਕਟ ਬੁੱਕ ਕਰਵਾਉਣੀ ਪੈਂਦੀ ਹੈ ਪੋਰਟਲ 'ਤੇ। ਤਾਂ ਉਹ ਟਿਕਟ ਬੁੱਕ ਕਰਵਾਉਣ ਤੋਂ ਬਾਅਦ ਜਦੋਂ ਬੁੱਕ ਕਰਵਾਤੀ ਉਹਨਾਂ ਨੇ ਟਿਕਟ, ਤਾਂ 2 ਜਾਂ 3 ਦਿਨਾਂ ਬਾਅਦ ਉਹ ਟਿਕਟ ਸਾਡੇ ਘਰ ਪਹੁੰਚਦੀ ਹੋ ਜਾਂਦੀ ਹੈ, ਠੀਕ ਹੈ। ਈ ਟਿਕਟਿੰਗ ਦੇ ਵਿੱਚ ਕੀ ਹੈ ਕਿ ਸਾਡੀਆਂ ਡਿਟੇਲਸ ਮੰਗੀਆਂ ਜਾਂਦੀਆਂ, ਜਿਵੇਂ
ਸਾਡੀਆਂ ਡਿਟੇल्स ਮੰਗੀਆਂ ਜਾਂਦੀਆਂ ਲਾਈਕ ਵੋਟਰ ਆਈਡੀ ਕਾਰਡ, ਆਧਾਰ ਕਾਰਡ, ਪੈਨ ਕਾਰਡ, ਆਈਡੀ ਪ੍ਰੂਫ। ਠੀਕ ਹੈ, ਇਹ ਸਾਰਾ ਈ ਟਿਕਟਿੰਗ ਦੇ ਵਿੱਚ ਆਉਂਦਾ ਹੈ। ਈ ਟਿਕਟਿੰਗ ਦੇ ਵਿੱਚ ਕੀ ਹੈ ਕਿ ਟ੍ਰੇਨ ਦੇ ਚਾਰਟ ਦੇ ਟ੍ਰੇਨ ਦੇ ਸਮੇਂ ਦੇ ਚਾਰਟ ਦੇ ਹਿਸਾਬ ਨਾਲ ਟਿਕਟ ਬੁੱਕ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਅਸੀਂ ਕੀ ਕਰ ਸਕਦੇ ਹਾਂ ਕਿ ਉਹ ਟਿਕਟ ਦਾ ਅਸੀਂ ਪ੍ਰਿੰਟ ਆਊਟ ਲੈ ਕੇ ਸਬੂਤ ਵਜੋਂ ਆਪਣੀ ਜਦੋਂ ਅਸੀਂ ਟਰੈਵਲ ਕਰਾਂਗੇ ਉਹਨੂੰ ਅਸੀਂ ਨਾਲ ਰੱਖ ਸਕਦੇ ਹਾਂ ਅਤੇ ਆਪਣੀ ਟਿਕਟ ਇਹ ਦਿਖਾ ਸਕਦੇ ਹਾਂ। ਔਨਲਾਈਨ ਏਅਰ ਟਿਕਟ, ਔਨਲਾਈਨ ਏਅਰ ਟਿਕਟ ਦੇ ਵਿੱਚ ਕੀ ਹੈ ਕਿ ਜਿਸ ਤਰ੍ਹਾਂ ਰੇਲਵੇ ਟਿਕਟਸ ਉਹ ਔਨਲਾਈਨ ਬੁੱਕ ਹੁੰਦੀਆਂ, ਉਸੇ ਤਰ੍ਹਾਂ ਹੀ ਸਾਡੀਆਂ ਹਵਾਈ ਟਿਕਟਸ ਵੀ ਅਸੀਂ ਔਨਲਾਈਨ ਬੁੱਕ ਕਰਵਾ ਸਕਦੇ ਹਾਂ। ਐਂਡ ਦਾ ਨੈਕਸਟ ਇਜ਼ ਪਾਸਪੋਰਟ ਸਰਵਿਸਿਜ਼। ਅੱਜ ਕੱਲ੍ਹ ਹਰ ਪਾਸਪੋਰਟ ਆਫਿਸ ਵਿੱਚ ਔਨਲਾਈਨ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ, ਜਿਵੇਂ ਐਪਲੀਕੈਂਟ ਆਪਣੇ ਨਾਮ ਨਾਲ ਦੂਜੀਆਂ ਡਿਟੇਲਸ ਵੀ ਇਹਦੇ ਵਿੱਚ ਭਰੂਗਾ ਅਤੇ ਰਜਿਸਟਰ ਕਰੂਗਾ। ਫਿਰ ਇੱਕ ਰੈਫਰੈਂਸ ਨੰਬਰ ਉਹਨਾਂ ਨੂੰ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਉਹ 3 ਜਾਂ 7 ਦਿਨਾਂ ਦੇ ਵਿੱਚ ਉਹ ਆਪਣੇ ਡਾਕੂਮੈਂਟ ਅਤੇ ਫੀਸ ਨਾਲ ਪਾਸਪੋਰਟ ਆਫਿਸ ਵਿੱਚ ਜਾ ਕੇ ਆਪਣਾ ਇੰਟਰਵਿਊ ਦੇ ਕੇ ਅਤੇ ਆਪਣੀ ਪਾਸਪੋਰਟ ਫੀਸ ਜਮ੍ਹਾਂ ਕਰਵਾ ਸਕਦੇ ਆ। ਤਾਂ ਇਹ ਸੀ ਸਾਡੇ ਲਾਭ ਈ ਗਵਰਨੈਂਸ ਦੇ। ਹੁਣ ਕੁਛ ਹਾਨੀਆਂ ਵੀ ਨੇ ਈ ਗਵਰਨੈਂਸ ਦੀਆਂ। ਸਭ ਤੋਂ ਪਹਿਲਾਂ ਹੈਗਾ ਬਜਟ। ਸਭ ਤੋਂ ਪਹਿਲਾਂ ਅਸੀਂ ਇਹ ਗੱਲ ਕੀਤੀ ਸੀ ਕਿ ਜਦੋਂ ਵੀ ਈ ਗਵਰਨੈਂਸ ਨੂੰ ਇੰਪਲੀਮੈਂਟ ਕਰਨ ਦੇ ਲਈ ਸਾਨੂੰ ਕੰਪਿਊਟਰੀਕਰਨ ਦੀ ਜ਼ਰੂਰਤ ਪੈਂਦੀ ਹੈ, ਕਿ ਸਾਨੂੰ ਪਰਸਨਲ ਕੰਪਿਊਟਰਸ ਚਾਹੀਦੇ ਨੇ। ਤਾਂ ਜੇ ਸਾਡੇ ਕੋਲ ਬਜਟ ਨਹੀਂ ਤਾਂ ਇੰਪਲੀਮੈਂਟ ਈ ਗਵਰਨੈਂਸ ਨੂੰ ਕਰਨਾ ਔਖਾ ਹੈ, ਕਿਉਂਕਿ ਪਰਸਨਲ ਕੰਪਿਊਟਰਸ ਦੇ ਰਿਸੋਰਸਿਸ ਥੋੜ੍ਹੇ ਮਹਿੰਗੇ ਵੀ ਹੁੰਦੇ ਹੈ। ਤਾਂ ਹੋ ਸਕਦਾ ਹੈ ਕਿ ਹਰ ਇੱਕ ਦੇ ਬਜਟ 'ਚ ਨਾ ਆਉਣ। ਤਾਂ ਇਸ ਕਰਕੇ ਕੀ ਹੁੰਦਾ ਹੈ ਕਿ ਬਜਟ ਦੀ ਪ੍ਰੋਬਲਮ ਹੋਣ ਕਰਕੇ ਵੀ ਈ ਗਵਰਨੈਂਸ ਨੂੰ ਇੰਪਲੀਮੈਂਟ ਕਰਨ ਦੇ ਵਿੱਚ ਦਿੱਕਤ ਆਉਂਦੀ ਹੈ। ਨੈਕਸਟ ਇਜ਼ ਪੂਅਰ ਆਈਟੀ ਲਿਟਰੇਸੀ। ਮੰਨ ਲਓ ਅਸੀਂ ਪ੍ਰੋਜੈਕਟ ਤਾਂ ਬਣਾ ਲਿਆ ਪਰ ਉਹਨੂੰ ਯੂਜ਼ ਕਰਨ ਲਈ ਯੂਜ਼ਰਸ ਇੰਨੇ ਕੈਪੇਬਲ ਨਹੀਂ ਹੈਗੇ, ਤਾਂ ਉਹਨੂੰ ਅਸੀਂ ਲਿਟਰੇਸੀ ਕਹਾਂਗੇ, ਪੂਅਰ ਆਈਟੀ ਲਿਟਰੇਸੀ ਕਹਾਂਗੇ। ਮੰਨ ਲਓ ਅਸੀਂ ਇਹ ਵੀਡੀਓ ਹੀ ਬਣਾਈ ਜਾਂਦੇ ਹਾਂ, ਅਸੀਂ ਇਸ ਵੀਡੀਓ ਨੂੰ ਬਣਾ ਕੇ ਯੂਟਿਊਬ 'ਤੇ ਅਪਲੋਡ ਕਰਾਂਗੇ, ਪਰ ਜੋ ਪਰਸਨਸ ਯੂਜ਼ਰਸ ਯੂਟਿਊਬ ਨੂੰ ਨੌਨ ਹੀ ਨਹੀਂ ਹੈਗੇ, ਉਹ ਉਹਨੂੰ ਕਿਸ ਤਰ੍ਹਾਂ ਦੇਖਣਗੇ ਜਾਂ ਸੁਣਨਗੇ, ਹੈ ਨਾ। ਤਾਂ ਇਹਨੂੰ ਅਸੀਂ ਕੀ ਕਹਿ ਦਿੰਦੇ ਹਾਂ, ਪੂਅਰ ਆਈਟੀ ਲਿਟਰੇਸੀ। ਲੈਕ ਆਫ ਇਲੈਕਟ੍ਰੀਸਿਟੀ ਇਨ ਰੂਰਲ ਏਰੀਆਜ਼। ਆਮ ਤੌਰ 'ਤੇ ਦੇਖਿਆ ਗਿਆ ਹੈ ਕਿ ਸਾਨੂੰ ਰਿਸੋਰਸਿਸ ਚਾਹੀਦੇ ਹੈ, ਸਾਨੂੰ ਪ੍ਰਿੰਟਰ ਚਾਹੀਦਾ ਹੈ, ਸਾਨੂੰ ਕੰਪਿਊਟਰ ਚਾਹੀਦਾ ਹੈ, ਸਾਨੂੰ ਨੈਟਵਰਕਿੰਗ ਚਾਹੀਦੀ ਹੈ ਈ ਗਵਰਨੈਂਸ ਨੂੰ ਇੰਪਲੀਮੈਂਟ ਕਰਨ ਦੇ ਲਈ। ਪਰ ਰੂਰਲ ਏਰੀਆ ਦੇ ਵਿੱਚ ਈ ਗਵਰਨੈਂਸ ਨੂੰ ਹਜੇ ਤੱਕ ਇੰਪਲੀਮੈਂਟ ਚੰਗੀ ਤਰ੍ਹਾਂ ਨਹੀਂ ਕਰ ਸਕੇ, ਕਿਉਂਕਿ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਕੰਪਿਊਟਰਸ ਬਿਜਲੀ 'ਤੇ ਚੱਲਦੇ ਆ, ਤਾਂ ਮੇਨ ਜੋ ਹੈ ਰੂਰਲ ਏਰੀਆਜ਼ ਦੇ ਵਿੱਚ ਬਿਜਲੀ ਦੀ ਬਹੁਤ ਜ਼ਿਆਦਾ ਪ੍ਰੋਬਲਮ ਰਹਿੰਦੀ ਹੈ। ਪ੍ਰਾਈਵੇਸੀ ਪ੍ਰੋਬਲਮਸ, ਹਜੇ ਵੀ ਕੋਈ ਸਿਕਿਉਰਿਟੀ ਇੰਨੇ ਪੈਟਰਨਸ ਤਕੜੇ ਸਾਡੇ ਕੋਲ ਹੈ ਨਹੀਂ ਗੇ ਕਿ ਜਿਹੜੀ ਸਾਡੀ ਗਵਰਨੈਂਸ ਨੂੰ ਉਹ ਕਰ ਸਕਣ। ਸਿਕਿਉਰਿਟੀ ਚੈਨਲ ਹੈ ਜਿਹੜੇ ਉਹ ਇੰਨੇ ਸਾਡੇ ਕੋਲ ਹੈ ਨਹੀਂ, ਇਹ ਜਿਹੜੇ ਸਾਡੀ ਈ ਗਵਰਨੈਂਸ ਦੀ ਪ੍ਰਾਈਵੇਸੀ ਮੇਨਟੇਨ ਕਰੀ ਰੱਖਣ। ਤਾਂ ਬੇਟਾ ਇਹ ਸਾਰਾ ਕੁਛ ਸੀਗਾ ਸਾਡਾ ਈ ਗਵਰਨੈਂਸ ਦੇ ਨਾਲ ਰਿਲੇਟਿਡ ਕਿ ਈ ਗਵਰਨੈਂਸ ਕੀ ਹੈ, ਉਹਦੇ ਪਰਪਸ ਕੀ ਹੈ, ਉਹਦੇ ਫੈਕਟਰਸ ਕੀ ਹੈ, ਏਰੀਆਜ਼ ਕਿੱਥੇ ਕਿੱਥੇ ਯੂਜ਼ ਹੁੰਦਾ ਹੈ, ਉਹਦੇ ਮੋਡਲਸ ਕੀ ਹੈ, ਟਾਈਪਸ ਕੀ ਹੈ, ਐਡਵਾਂਟੇਜਸ ਕੀ ਹੈ ਅਤੇ ਲਿਮਿਟੇਸ਼ਨਸ ਕੀ ਹੈ। ਲਾਸਟ ਟੌਪਿਕ ਹੈ ਸਾਡਾ ਸੁਵਿਧਾ ਸੈਂਟਰ। ਸੁਵਿਧਾ ਸੈਂਟਰ ਕੀ ਹੈ? ਸੁਵਿਧਾ ਸੈਂਟਰ ਨੈਸ਼ਨਲ ਇਨਫੋਰਮੈਟਿਕ ਸੈਂਟਰ ਦੁਆਰਾ ਸ਼ੁਰੂ ਕੀਤਾ ਗਿਆ ਇੱਕ ਸੈਂਟਰ ਹੈ ਜਾਂ ਸੁਵਿਧਾ ਹੈ। ਇਹ ਸੁਵਿਧਾ ਸੈਂਟਰ ਪਹਿਲਾਂ DC ਆਫਿਸ ਹੀ ਲਗਾਏ ਗਏ ਸੀ, ਪਰ ਹੁਣ ਇਹਨਾਂ ਦੀ ਡਿਮਾਂਡ ਨੂੰ ਦੇਖਦੇ ਹੋਏ ਲਗਭਗ ਹਰ ਆਫਿਸ ਦੇ ਵਿੱਚ ਇਹਨਾਂ ਨੂੰ ਅਪਣਾਇਆ ਜਾ ਰਿਹਾ ਹੈ। ਤਾਂ ਹਰੇਕ ਜਨਤਾ ਦੀਆਂ ਸੁਵਿਧਾਵਾਂ ਨੂੰ ਦੇਖਦੇ ਹੋਏ ਹਰੇਕ ਖੇਤਰ ਵਿੱਚ ਇਹਨਾਂ ਨੂੰ ਸਥਾਪਿਤ ਕੀਤਾ ਗਿਆ ਹੈ। ਲੋਕਾਂ ਨੂੰ ਜਿਵੇਂ ਸਟਾਂਪ ਪੇਪਰ ਦੀ ਲੋੜ ਹੈ, ਐਫੀਡੈਵਿਟ ਦੀ, ਬਰਥ ਸਰਟੀਫਿਕੇਟ, ਡੈਥ ਸਰਟੀਫਿਕੇਟ, ਡਰਾਈਵਿੰਗ ਲਾਇਸੈਂਸ, ਵਾਟਰ, ਇਲੈਕਟ੍ਰੀਸਿਟੀ ਬਿਲਸ ਲਈ ਕੰਮ ਕਰਵਾਉਣ ਲਈ ਸਾਨੂੰ ਸੁਵਿਧਾ ਸੈਂਟਰ ਦੀ ਲੋੜ ਹੈ। ਸਾਰੇ ਕੰਮ ਇੱਕ ਥਾਂ 'ਤੇ ਜਾ ਕੇ ਹੀ ਹੋ ਜਾਂਦੇ ਹੈ। ਸੁਵਿਧਾ ਸੈਂਟਰ ਵਿੱਚ ਕੰਮਕਾਜ ਲਈ ਲਗਭਗ 1000 ਵਿਅਕਤੀ ਰੋਜ਼ ਆਉਂਦੇ ਹੈ। ਤਾਂ ਹਰ ਇੱਕ ਨੂੰ ਇਹ ਹੁੰਦਾ ਕਿ ਸਾਡਾ ਕੰਮ ਪਹਿਲਾਂ ਹੋ ਜਾਏ। ਤਾਂ ਪਹਿਲਾਂ ਕੀ ਹੁੰਦਾ ਸੀਗਾ, ਕੰਮ ਕਰਵਾਉਣ ਦੇ ਲਈ ਰਿਸ਼ਵਤ ਤੱਕ ਵੀ ਇਹਨਾਂ ਵਿਭਾਗਾਂ 'ਚ ਚਲਦੀ ਸੀ, ਪਰ ਹੁਣ ਕੀ ਹੈ ਔਨਲਾਈਨ ਹੋਣ ਕਰਕੇ ਇਸ ਚੀਜ਼ ਵਿੱਚ ਵੀ ਕਮੀ ਆਈ ਹੈ ਅਤੇ ਪ੍ਰਸ਼ਾਸਨ ਦੇ ਕੰਮ ਦੇ ਵਿੱਚ ਟਰਾਂਸਪੇਰੈਂਸੀ ਵੀ ਆਈ ਹੈ। ਔਨਲਾਈਨ ਸੁਵਿਧਾ ਸੈਂਟਰ ਹੋਣ ਕਰਕੇ ਇੱਕ ਤਾਂ ਸਟਾਫ ਦੀ ਕਮੀ ਪੂਰੀ ਹੋਈ ਹੈ, ਦੂਜੀ ਜਿਹੜੀ ਇਸ ਕੰਮ ਦੇ ਵਿੱਚ ਦੇਰੀ ਹੁੰਦੀ ਸੀ ਉਹ ਵੀ ਦੂਰ ਹੋ ਗਈ। ਸੁਵਿਧਾ ਸੈਂਟਰ ਨੇ ਕੋਰੀਅਰ ਸਰਵਿਸਿਜ਼ ਵੀ ਬਹੁਤ ਤੇਜ਼ ਕੀਤੀ ਹੋਈ ਹੈ। ਇਸ ਤੋਂ ਇਲਾਵਾ ਅਸੀਂ ਆਪਣੀਆਂ ਸਾਰੀਆਂ ਐਪਲੀਕੇਸ਼ਨਸ ਨੂੰ ਵੀ ਇੱਕ ਥਾਂ 'ਤੇ ਜਮ੍ਹਾਂ ਕਰਵਾ ਸਕਦੇ ਹਾਂ, ਠੀਕ ਹੈ। ਅਤੇ ਇੱਕੋ ਜਗ੍ਹਾ 'ਤੇ ਸਾਡੀਆਂ ਸਾਰੀਆਂ ਬ੍ਰਾਂਚਿਸ ਹੋਣ ਕਰਕੇ ਇੱਕ ਥਾਂ 'ਤੇ ਸਾਰੇ ਕੰਮ ਹੋ ਜਾਂਦੇ ਹੈ। ਕੋਈ ਫੋਰਮ ਫਿਲ ਕਰਨਾ ਹੈ, ਸਾਡੇ ਕੋਲ ਫੋਟੋ ਹੈ ਨਹੀਂ, ਤਾਂ ਉੱਥੇ ਹੀ ਔਨਲਾਈਨ ਫੋਟੋ ਸਾਡੀ ਕੈਪਚਰ ਹੋ ਕੇ ਸਾਡੇ ਫੋਰਮ 'ਤੇ ਲੱਗ ਜਾਂਦੀ ਹੈ। ਤਾਂ ਸੁਵਿਧਾ ਸੈਂਟਰ ਇੱਕ ਇਹੋ ਜਿਹਾ ਸੈਂਟਰ ਹੈ ਜਿੱਥੇ ਸਾਰੇ ਡਿਪਾਰਟਮੈਂਟਸ ਲਈ ਸਾਰੀਆਂ ਸਾਨੂੰ ਸਹੂਲਤਾਂ ਔਨਲਾਈਨ ਇੱਕ ਥਾਂ 'ਤੇ ਹੀ ਮਿਲਦੀਆਂ। ਇਹ ਹਰੇਕ ਦੇਸ਼ ਦੇ ਹਰੇਕ ਸ਼ਹਿਰ ਦੇ ਵਿੱਚ ਇਹਨੂੰ ਸਥਾਪਿਤ ਕੀਤਾ ਗਿਆ ਹੈ। ਲੋਕ ਇੱਥੇ ਜਾ ਕੇ ਆਪਣਾ ਕੰਮ ਆਰਾਮ ਨਾਲ ਕਰਵਾ ਸਕਦੇ ਹੈ। ਤਾਂ ਬੇਟਾ ਇਹ ਸੀ ਸਾਡਾ ਲੈਕਚਰ ਅੱਜ ਈ ਗਵਰਨੈਂਸ 'ਤੇ, ਸੁਵਿਧਾ ਸੈਂਟਰ 'ਤੇ। ਹੋਪ ਹੈ ਕਿ ਤੁਹਾਨੂੰ ਮੇਰਾ ਲੈਕਚਰ ਜ਼ਰੂਰ ਪਸੰਦ ਆਇਆ ਹੋਊਗਾ। ਜੋ ਵੀ ਇਸ ਦੇ ਵਿੱਚ ਮੈਂ ਵਰਡਿੰਗ ਯੂਜ਼ ਕੀਤੀ ਹੈ ਜਾਂ ਜੋ ਵੀ ਇਸ ਦੇ ਵਿੱਚ ਤੁਹਾਨੂੰ ਡਿਟੇਲ ਦੇ ਵਿੱਚ ਸਮਝਾਇਆ ਹੋਇਆ, ਤੁਸੀਂ ਉਹਨਾਂ ਨੂੰ ਆਪਣੀ ਕਾਪੀ 'ਤੇ ਨੋਟ ਕਰਕੇ, ਜੇ ਤੁਹਾਨੂੰ ਪੇਪਰ ਦੇ ਵਿੱਚ ਕੁਐਸਚਨਸ ਆਉਂਦੇ ਆ ਇਹਨਾਂ ਨੂੰ ਐਜ਼ ਇਟ ਇਜ਼ ਵੀ ਤੁਸੀਂ ਲਰਨ ਕਰਕੇ ਲਿਖ ਕੇ ਆ ਸਕਦੇ ਹੋ। ਤਾਂ ਇਸ ਲੈਕਚਰ ਨੂੰ 2-3 ਵਾਰ ਸੁਣੋ, ਉਹਦੇ ਨੋਟਸ ਬਣਾਓ ਅਤੇ
ਇਸ ਤੋਂ ਬਾਅਦ ਅਸੀਂ ਨੈਕਸਟ ਲੈਕਚਰ ਲਈ ਮਿਲਾਂਗੇ ਤੁਹਾਨੂੰ। ਟਿਲ ਦੈਨ ਥੈਂਕ ਯੂ ਬਾਏ ਟੇਕ ਕੇਅਰ।